MLA ਮੰਤਰੀ ਕਹਿ ਰਹੇ ਨੇ ਕਿ ਕਰਨ ਅਵਤਾਰ ਸਿੰਘ ਦੀ ਜ਼ਿੰਮੇਵਾਰੀ ਹੈ। ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਐਜ਼ ਚੀਫ ਮਿਨਿਸਟਰ ਐਂਡ ਐਜ਼ ਮਿਨਿਸਟਰ ਆਫ ਐਕਸਾਈਜ਼ ਐਂਡ ਟੈਕਸੇਸ਼ਨ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਜਿੱਥੇ ਤੱਕ ਆਬਕਾਰੀ ਨੀਤੀ ਦਾ ਸਵਾਲ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਦੇ ਨਾਂ ਦੇ ਉੱਪਰ ਬੜਾ ਵੱਡਾ ਗੋਰਖ ਧੰਦਾ ਜਿਹੜਾ ਚੱਲ ਰਿਹਾ, ਪਹਿਲਾਂ ਪਿਛਲੀ ਸਰਕਾਰ ਵੇਲੇ ਚੱਲ ਰਿਹਾ, ਉਹਨਾਂ ਨੂੰ ਉਸ ਨੂੰ ਹੁਣ ਇਹਨਾਂ ਨੇ ਟੇਕ ਓਵਰ ਕਰ ਲਿਆ, ਜਿਹਦੀ ਵਜ੍ਹਾ ਕਰਕੇ ਜਿਹੜਾ ਮਾਲੀਆ 'ਚ ਮਹਿਜ਼ 5000 ਕਰੋੜ ਦੇ ਕਰੀਬ ਪੰਜਾਬ ਦਾ ਰਹਿ ਜਾਂਦਾ ਹੈ, ਉਹ ਬੜੇ ਆਰਾਮ ਦੇ ਨਾਲ 10-11,000 ਕਰੋੜ ਜਾ ਸਕਦਾ ਹੈ, ਕਿਉਂਕਿ ਸਾਡੇ ਤੋਂ ਛੋਟੀ ਸਟੇਟ ਹੈ। ਸਾਡਾ ਇਸ ਸਾਲ ਦਾ 19-20 ਦਾ 5,026 ਕਰੋੜ ਦਾ ਹੋਇਆ ਹੈ। ਹਰਿਆਣਾ ਸਾਡੇ ਤੋਂ ਛੋਟੀ ਸਟੇਟ ਹੈ, ਉੱਥੇ ਦਾ 6200 ਕਰੋੜ ਦਾ ਹੋਇਆ। ਤੇਲੰਗਾਨਾ ਸਾਡੇ ਤੋਂ 70 ਲੱਖ ਦੀ ਪੋਪੂਲੇਸ਼ਨ ਵੱਧ ਹੈ, ਉੱਥੇ 10,901 ਕਰੋੜ ਦਾ ਹੋਇਆ। ਇਹ ਕਰਨ ਅਵਤਾਰ ਸਿੰਘ ਤੇ ਨਹੀਂ ਚੱਕੀਆਂ ਜਾ ਰਹੀਆਂ, ਇਹ ਕੈਪਟਨ ਅਮਰਿੰਦਰ ਸਿੰਘ ਦੀ ਡਿਸੀਜਨ ਮੇਕਿੰਗ ਤੇ ਗਵਰਨੈਂਸ ਦੀ ਔਰ ਸਰਕਾਰ ਚਲਾਉਣ ਦੀ, ਫੈਸਲੇ ਲੈਣ ਦੀ ਜਿਹੜੀ ਕੰਪੀਟੈਂਸ ਹੈ, ਐਬਿਲਿਟੀ ਹੈ, ਉਹਦੇ ਉੱਪਰ ਸਵਾਲ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ, ਉਹ ਉਂਗਲਾਂ ਨੇ ਜਿਹੜੀਆਂ ਚੱਕੀਆਂ ਜਾ ਰਹੀਆਂ ਨੇ। 20 ਲੱਖ ਕਰੋੜ ਦਾ ਜਿਹੜਾ ਪੈਕੇਜ ਹੈ, ਦੇਖੋ ਅਸੀਂ ਕਿਸਾਨੀ ਦੇ ਪੱਖ ਤੋਂ ਬੜੀ ਦੇਰ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਕਿਸਾਨਾਂ ਨੂੰ ਵੀ ਕੁਝ ਮੋਦੀ ਸਾਹਿਬ ਇਹਨਾਂ ਵੱਲ ਵੀ ਨਿਹਾਲ ਹੋਣ, ਤੇ ਜਿੱਥੇ ਬਾਕੀ ਕਰੋਨਾ ਦੇ ਖਿਲਾਫ ਲੜੇ ਨੇ, ਉੱਥੇ ਸਾਡੇ ਜਿਹੜੇ ਖੇਤੀ ਕੰਮ ਕਰਨ ਵਾਲੇ ਕਿਸਾਨ ਮਜ਼ਦੂਰ ਨੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਜ਼ਿੰਦਗੀ ਬਖਸ਼ਦੇ ਰਹਿਣਾ ਤੇ ਉਹਨਾਂ ਨੂੰ ਤੰਦਰੁਸਤ ਰੱਖਣਾ, ਤੇ ਕੀਤਾ ਵੀ ਹੈ ਲੋਕਾਂ ਨੇ। ਪਰ ਉਹਨਾਂ ਦੇ ਲਈ ਮਤਲਬ ਕਿ ਕੇਂਦਰ ਸਰਕਾਰ ਵੱਲੋਂ ਕੋਈ ਉਸ ਕਿਸਮ ਦੀ ਨਾ ਤਾਂ ਮਾਨਤਾ ਦਿੱਤੀ ਗਈ ਹੈ ਕਰੋਨਾ ਦੇ ਮਹਾਮਾਰੀ ਅੰਦਰ ਵੀ। ਹਾਂ ਵਾਕਈ ਤੁਸੀਂ ਮੈਨੂੰ ਇਹ ਦੱਸੋ, ਅਗਰ ਅਨਾਜ ਅਫਰੀਕਾ ਵਾਂਗ ਅਨਾਜ ਘੱਟ ਹੋਵੇ ਹਿੰਦੁਸਤਾਨ ਦੇ ਵਿੱਚ, ਜਿਵੇਂ ਲੋਕ ਜਾ ਰਹੇ ਨੇ ਮਜ਼ਦੂਰ, ਕੀ ਉਹ ਗੋਦਾਮਾਂ ਵੱਲ ਨਹੀਂ ਫਿਰ ਫੂਡ ਰਾਈਟਸ ਨਹੀਂ ਹੋਣਗੇ, ਮਤਲਬ ਕਿ ਲੋਕ ਭੱਜਣਗੇ ਇੱਧਰ ਉੱਧਰ। ਤੇ ਇਹਦੇ ਵਿੱਚ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਅਸਲ 'ਚ ਜਿਵੇਂ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਾਜੂ ਦਾਣੇ ਦਾ ਜਾਂ ਡਿਸਕਲਰਡ ਦਾਣੇ ਦਾ ਬਹਾਨਾ ਲਾ ਕੇ ਕਣਕ 'ਚੋਂ ਸਗੋਂ ਕਾਟ ਕੱਟਣੀ ਸ਼ੁਰੂ ਕਰਤੀ FCI ਵਾਲਿਆਂ ਨੇ, ਤੇ ਉਹ ਕੇਂਦਰ ਸਰਕਾਰ ਦਾ ਹੀ ਮਹਿਕਮਾ ਸੀਗਾ। ਇਸ ਲਈ ਅਸੀਂ ਮਤਲਬ ਕਿ ਆਪਣੀ ਕਿਸਾਨ ਜਥੇਬੰਦੀ ਵੱਲੋਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇਹ ਮੰਨਦੇ ਹਾਂ ਕਿ ਕਿਸਾਨਾਂ ਦਾ ਦੇਣ ਹੈ ਜਿਹੜੀ ਇਹ ਕਾਫੀ ਇੰਪੋਰਟੈਂਟ ਹੈ ਦੇਸ਼ ਦੇ ਲੋਕਾਂ ਨੂੰ। ਜੋ ਉਹਨਾਂ ਨੇ ਮਤਲਬ ਕਿ ਲੈਂਡ, ਲੇਬਰ, ਲਿਕੁਇਡਿਟੀ ਵਗੈਰਾ ਵਗੈਰਾ ਦੀ ਜੋ ਗੱਲ ਕੀਤੀ ਹੈ, ਉਹਦੇ 'ਚ ਮੈਨੂੰ ਤਾਂ ਸਗੋਂ ਇਹ ਡਰ ਹੈ ਕਿ ਕਿਸਾਨਾਂ ਨੂੰ ਦਿੱਤਾ ਤਾਂ ਕੋਈ ਫਾਈਨੈਂਸ਼ੀਅਲ ਪੈਕੇਜ ਦਿੱਤਾ, ਕੁਛ ਨਹੀਂ ਦਿੱਤਾ, ਨਾ ਪਿਛਲੀ ਵਾਰੀ ਦਿੱਤਾ ਸੀ। ਸਤਿਕਾਰਤ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਪਟਿਆਲਾ ਸਟੂਡੀਓ ਤੋਂ ਸਵਾਗਤ ਹੈ। ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ ਰਾਤੀ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਪੇਸ਼ ਕੀਤਾ ਜਾਂਦਾ ਹੈ। ਇਸ ਨੂੰ ਤੁਸੀਂ ਇਸ ਵਕਤ ਸਾਡੇ ਕੈਨੇਡਾ ਵਾਲੇ ਚੈਨਲ ਪੰਜਾਬੀ ਦੇ ਨਾਂ 'ਤੇ ਬਣੇ ਫੇਸਬੁੱਕ ਪੇਜ 'ਤੇ ਲਾਈਵ ਵੇਖ ਰਹੇ ਹੋ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ YouTube 'ਤੇ ਵੇਖਣਾ ਹੋਵੇ ਤਾਂ ਚੈਨਲ ਪੰਜਾਬੀ TV ਦੇ YouTube ਪੇਜ 'ਤੇ ਵੇਖ ਸਕਦੇ ਹੋ। ਕੈਨੇਡਾ ਭਰ ਦੇ ਵਿੱਚ ਚੈਨਲ ਪੰਜਾਬੀ TV ਨੂੰ ਵੇਖਣ ਵਾਸਤੇ ਕੇਬਲ ਨੈਟਵਰਕ ਰੌਜ਼ਰ, ਬੈਲ, ਸ਼ਾਹ ਅਤੇ ਟਲਸ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ। ਇਸੇ ਤਰ੍ਹਾਂ ਸਵੇਰ ਦੇ ਵਕਤ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਆਪਾਂ ਪਟਿਆਲਾ ਸਟੂਡੀਓ ਤੋਂ ਪ੍ਰੋਗਰਾਮ ਪੇਸ਼ ਕਰੀਦਾ, ਮੰਗਲਵਾਰ ਤੋਂ ਸ਼ਨੀਵਾਰ ਲਗਾਤਾਰ 5 ਦਿਨ, ਅਤੇ ਜਿਸ ਪ੍ਰੋਗਰਾਮ ਦਾ ਨਾਂ ਹੈ ਹੈਲੋ ਗਲੋਬਲ ਪੰਜਾਬ। ਉਸ ਪ੍ਰੋਗਰਾਮ ਦੇ ਵਿੱਚ ਅਤੇ ਇਸ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਅਗਰ ਤੁਸੀਂ ਗੱਲਬਾਤ ਕਰਨੀ ਹੈ ਤਾਂ ਫ਼ੋਨ ਨੰਬਰ 0175 5156 'ਤੇ ਆਪ ਜੀ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਇੰਟਰਨੈਸ਼ਨਲ ਕਾਲ ਨੰਬਰ ਹੈ 201 301 2785। ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਇਸ ਕਰੋਨਾ ਦੇ ਚਲਦਿਆਂ 20 ਲੱਖ ਕਰੋੜ ਦਾ ਰਾਹਤ ਪੈਕੇਜ ਦਿੱਤਾ ਹੈ, ਜਿਸ ਦੇ ਵਿੱਚ ਇੰਡਸਟਰੀ ਨੂੰ 3 ਲੱਖ ਕਰੋੜ ਦਾ ਲੋਨ, ਖਾਸ ਕਰਕੇ ਸਮਾਲ ਸਕੇਲ ਇੰਡਸਟਰੀ ਅਤੇ ਜਿਹੜੀ ਮਿਡਲ ਇੰਡਸਟਰੀ ਹੈ, ਮੱਧ ਇੰਡਸਟਰੀ ਹੈ, ਉਸ ਨੂੰ 3 ਲੱਖ ਕਰੋੜ ਦਾ ਲੋਨ ਦੇਣ ਦੀ ਗੱਲ ਆਖੀ ਹੈ। ਕੁਛ ਜਿਹੜੇ ਨੇ GPF ਅਤੇ ਜਿਹੜਾ EPF 'ਤੇ ਰਾਹਤ ਦਿੱਤੀ ਗਈ ਹੈ, ਅਤੇ ਹੋਰ ਕੁਛ ਸੁੱਖ ਸਹੂਲਤਾਂ ਦੇ ਵਿੱਚ ਵਾਧਾ ਕੀਤਾ ਗਿਆ। ਅਜੇ ਇਸ ਦੇ ਸਾਰੇ ਪੱਤੇ ਖੁੱਲ੍ਹ ਕੇ ਸਾਹਮਣੇ ਨਹੀਂ ਆਏ। 2-4 ਦਿਨ ਤੋਂ ਬਾਅਦ ਇਸ ਦਾ ਅਸਲ ਪਤਾ ਲੱਗੇਗਾ ਕਿ ਕੀ ਇਹ ਕਰੋਨਾ ਦੇ ਪੀੜਤ ਲੋਕਾਂ ਨੂੰ ਵਾਕਿਆ ਹੀ ਰਾਹਤ ਦਿੰਦਾ ਜਾਂ ਨਹੀਂ। ਇਸ ਬਾਰੇ ਆਪਾਂ ਓਪੋਜੀਸ਼ਨ ਪਾਰਟੀ ਦੇ ਆਗੂ ਅਮਨ ਅਰੋੜਾ ਨਾਲ ਵੀ ਗੱਲਬਾਤ ਕਰਨੀ ਹੈ, ਅਤੇ ਵਿਨਰਜੀਤ ਸਿੰਘ ਗੋਲਡੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ, ਅਤੇ ਕਿਸਾਨ ਆਗੂਆਂ ਨਾਲ ਵੀ ਇਸ ਮਾਮਲੇ ਦੇ ਵਿੱਚ ਗੱਲ ਕਰਨੀ ਹੈ ਕਿ ਉਹਨਾਂ ਦਾ ਇਸ ਬਾਰੇ ਕੀ ਨਜ਼ਰੀਆ। ਤੁਸੀਂ ਇਸ ਦੇ ਵਿੱਚ ਕਾਲ ਕਰਨੀ ਹੋਵੇ ਤਾਂ ਆਪ ਜੀ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਫ਼ੋਨ ਨੰਬਰ 0175 5156 'ਤੇ ਤੁਸੀਂ ਵੀ ਗੱਲ ਕਰ ਸਕਦੇ ਹੋ। ਆਪ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ। ਅਗਲੇ ਕਾਲਰ
ਤੇ ਨਾਲ ਮੈਂ ਕੁਝ ਕਮੈਂਟ ਵੀ ਹੈ ਜਿਹੜੇ ਜੋ ਆਪਨੇ ਕੀਤੇ ਨੇ ਉਹ ਨਾਲ ਸਾਂਝੇ ਕਰਦਾ ਜਾਵਾਂਗਾ। ਗੁਰਪ੍ਰੀਤ ਸਿੰਘ ਹੋਰਾਂ ਨੇ ਲਿਖਿਆ, ਵਿਕਾਸ ਗਿੱਲ ਨੇ ਖੁਰਚਣੇ ਦੀ ਗੱਲ ਕੀਤੀ ਹੈ, ਧੰਨਵਾਦ। ਤੇ ਇਸ ਦੌਰਾਨ ਜਿਹੜਾ 20 ਲੱਖ ਕਰੋੜ ਦਾ ਰਾਹਤ ਪੈਕੇਜ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਆਪੋਜੀਸ਼ਨ ਪਾਰਟੀਆਂ ਨੇ ਉਜ਼ਰ ਵੀ ਇਸ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਖਾਸ ਕਰਕੇ ਕਾਂਗਰਸ ਦੀ ਇਸ ਦੇ ਬਾਰੇ ਜਿਹੜਾ ਪ੍ਰਤੀਕਰਮ ਆਇਆ ਕਿ ਭਾਸ਼ਣ ਦੇ ਵਿੱਚ ਗੱਲਾਂ ਵੱਡੀਆਂ ਨੇ, ਪਰ ਉਸ ਦੇ ਵਿੱਚ ਅਜੇ ਇੰਪਲੀਮੈਂਟ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਸਰਕਾਰ ਇਸ ਦੇ ਵਿੱਚ ਕਿੰਨਾ ਕੁ ਸਹਿਯੋਗ ਲਘੂ ਉਦਯੋਗਾਂ ਨੂੰ ਜਾਂ ਮਾਈਕਰੋ ਉਦਯੋਗ ਨੂੰ ਇਸ ਦੇ ਵਿੱਚ ਦਿੰਦੀ ਹੈ। ਆਪ ਦਾ ਸਵਾਗਤ ਸਰ। ਹੈਲੋ, 0175 5156 ਤੇ ਆਪ ਜੀ ਕਾਲ ਕਰ ਸਕਦੇ ਹੋ। ਪਟਿਆਲਾ ਸਟੂਡੀਓ ਦਾ ਨੰਬਰ ਹੈ 0175 ਕੋਡ ਹੈ 50001556 ਫੋਨ ਨੰਬਰ ਹੈ। ਹੈਪੀ ਮੰਗੜ ਜੀ ਜੁੜੇ ਨੇ ਤੇ ਇਸ ਦੇ ਨਾਲ AS ਕਾਲੋਂ ਸਾਹਿਬ ਜੁੜੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਜਤਿੰਦਰ ਸਿੰਘ ਹੋਰੀ ਜੁੜੇ ਨੇ, ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਆਪ ਜੀ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਖੈਰ ਮਕਦਮ ਹੈ, ਸਵਾਗਤ ਹੈ। ਤੇ ਇਸ 20 ਲੱਖ ਕਰੋੜ ਦਾ ਪੈਕੇਜ ਆ ਜਿਹੜਾ ਇਹ ਭਾਰਤ ਦੀ ਟੋਟਲ GDP ਹੈ ਜਿਹੜਾ ਉਸ ਦਾ 10% ਬਣਦਾ ਹੈ, ਜਿਸ ਨੂੰ ਲੈ ਕੇ ਜਿਹੜੀ ਸੱਤਾਧਾਰੀ ਸਰਕਾਰ ਦੀਆਂ ਧਿਰਾਂ ਨੇ ਉਹ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੇ ਤੌਰ 'ਤੇ ਐਲਾਨ ਕਰ ਰਹੀਆਂ ਨੇ। ਇਹ ਠੀਕ ਹੈ ਕਿ ਜਿਹੜੀਆਂ ਸੂਬਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਨੇ, ਉਹਨਾਂ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਇੰਡਸਟਰੀ ਦੇ ਪੱਖ ਤੋਂ ਜਾਂ ਪੈਕੇਜ ਦੇ ਪੱਖ ਤੋਂ ਇਸ ਦੇ ਵਿੱਚ ਗੱਫਾ ਦੇਣ ਦੀ ਕੋਸ਼ਿਸ਼ ਹੈ ਕੀਤੀ ਜਾਵੇਗੀ। ਇਸ ਵਕਤ ਕਿਰਤੀ ਕਿਸਾਨ ਯੂਨੀਅਨ ਦੇ ਆਗੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਦਰਸ਼ਨਪਾਲ ਜੀ ਆਪਣੇ ਨਾਲ ਜੁੜੇ ਨੇ। ਡਾਕਟਰ ਸਾਹਿਬ ਸਵਾਗਤ ਹੈ ਆਪ ਜੀ ਦਾ। ਧੰਨਵਾਦ ਜੀ। ਦਰਸ਼ਨਪਾਲ ਜੀ ਸਵਾਗਤ ਹੈ, ਮਿਹਰਬਾਨੀ। ਦਰਸ਼ਨਪਾਲ ਜੀ, ਜਿਹੜਾ ਇਹ ਪੈਕੇਜ ਆਇਆ ਡਾਕਟਰ ਸਾਹਿਬ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੇ ਨਾਲ ਜਿਸ ਤਰ੍ਹਾਂ ਮਜ਼ਦੂਰਾਂ ਦੀ ਵਾਪਸੀ ਹੋ ਰਹੀ ਹੈ ਝੋਨੇ ਦੀ ਲਵਾਈ ਨੂੰ ਲੈ ਕੇ, ਇਹਨਾਂ ਦੋ ਵਿਸ਼ਿਆਂ ਤੇ ਮੈਂ ਆਪਦੇ ਵਿਚਾਰ ਜਾਣਾਂਗਾ, ਕੀ ਕਹਿਣਾ ਚਾਹੁੰਦੇ ਹੋ ਜੀ? ਜਿਹੜਾ ਅੱਜ ਪੈਕੇਜ ਦਿੱਤਾ ਜੀ ਮੋਦੀ ਸਾਹਿਬ ਨੇ, ਹਾਂ 20 ਲੱਖ ਕਰੋੜ ਦਾ ਪੈਕੇਜ। ਹਾਂ 20 ਲੱਖ ਕਰੋੜ ਦਾ ਜਿਹੜਾ ਪੈਕੇਜ ਹੈ, ਦੇਖੋ ਅਸੀਂ ਕਿਸਾਨੀ ਦੇ ਪੱਖ ਤੋਂ ਬੜੀ ਦੇਰ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਕਿਸਾਨਾਂ ਨੂੰ ਵੀ ਕੁਝ ਮੋਦੀ ਸਾਹਿਬ ਇਹਨਾਂ ਵੱਲ ਵੀ ਨਿਹਾਲ ਹੋਣ, ਕਿਉਂਕਿ ਕਿਸਾਨਾਂ ਨੇ ਕਰੋਨਾ ਦੇ ਦੌਰ ਦੇ ਅੰਦਰ ਵੀ ਹਿੰਦੁਸਤਾਨ ਦੇ 1 ਅਰਬ ਤੋਂ ਵੱਧ ਲੋਕਾਂ ਦੀ ਜਿਹੜੀ ਉਹ ਹੈ ਆਪਣੀ ਕੀ ਕਹਿੰਦੇ ਨੇ 1 ਅਰਬ ਤੋਂ ਵੱਧ ਲੋਕਾਂ ਨੂੰ ਅਨਾਜ ਬਖਸ਼ਿਆ। ਅਨਾਜ ਦੇ ਭੰਡਾਰ ਨੱਕੋ ਨੱਕ ਭਰੇ ਹੋਏ ਸੀ। ਜਿਸ ਦਿਨ ਲਾਕਡਾਊਨ ਹੋਇਆ ਉਸ ਤੋਂ ਬਾਅਦ ਵੀ ਅਨਾਜ ਹੋਇਆ। ਤੇ ਜਿੱਥੇ ਬਾਕੀ ਕਰੋਨਾ ਦੇ ਖਿਲਾਫ ਲੜੇ ਨੇ, ਉੱਥੇ ਸਾਡੇ ਜਿਹੜੇ ਖੇਤੀ ਕੰਮ ਕਰਨ ਵਾਲੇ ਕਿਸਾਨ ਮਜ਼ਦੂਰ ਨੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਜ਼ਿੰਦਗੀ ਬਖਸ਼ਦੇ ਰਹਿਣਾ ਤੇ ਉਹਨਾਂ ਨੂੰ ਤੰਦਰੁਸਤ ਰੱਖਣਾ, ਤੇ ਕੀਤਾ ਵੀ ਹੈ ਲੋਕਾਂ ਨੇ। ਪਰ ਉਹਨਾਂ ਦੇ ਲਈ ਮਤਲਬ ਕਿ ਕੇਂਦਰ ਸਰਕਾਰ ਵੱਲੋਂ ਕੋਈ ਉਸ ਕਿਸਮ ਦੀ ਨਾ ਤਾਂ ਮਾਨਤਾ ਦਿੱਤੀ ਗਈ ਹੈ ਕਰੋਨਾ ਦੇ ਮਹਾਮਾਰੀ ਅੰਦਰ ਵੀ। ਹਾਂ ਵਾਕਈ ਤੁਸੀਂ ਮੈਨੂੰ ਇਹ ਦੱਸੋ, ਅਗਰ ਅਨਾਜ ਅਫਰੀਕਾ ਵਾਂਗ ਅਨਾਜ ਘੱਟ ਹੋਵੇ ਹਿੰਦੁਸਤਾਨ ਦੇ ਵਿੱਚ, ਜਿਵੇਂ ਲੋਕ ਜਾ ਰਹੇ ਨੇ ਮਜ਼ਦੂਰ, ਕੀ ਉਹ ਗੋਦਾਮਾਂ ਵੱਲ ਨਹੀਂ ਫਿਰ ਫੂਡ ਰਾਈਟਸ ਨਹੀਂ ਹੋਣਗੇ? ਮਤਲਬ ਕਿ ਲੋਕ ਭੱਜਣਗੇ ਇੱਧਰੋਂ ਉੱਧਰ। ਤੇ ਇਹਦੇ ਵਿੱਚ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਅਸਲ 'ਚ ਜਿਵੇਂ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਾਜੂ ਦਾਣੇ ਦਾ ਜਾਂ ਡਿਸਕਲਰਡ ਦਾਣੇ ਦਾ ਬਹਾਨਾ ਲਾ ਕੇ ਕਣਕ 'ਚੋਂ ਸਗੋਂ ਕਾਟ ਕੱਟਣੀ ਸ਼ੁਰੂ ਕਰਤੀ FCI ਵਾਲਿਆਂ ਨੇ, ਤੇ ਉਹ ਕੇਂਦਰ ਸਰਕਾਰ ਦਾ ਹੀ ਮਹਿਕਮਾ ਸੀਗਾ। ਇਸ ਲਈ ਅਸੀਂ ਮਤਲਬ ਕਿ ਆਪਣੀ ਕਿਸਾਨ ਜਥੇਬੰਦੀ ਵੱਲੋਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇਹ ਮੰਨਦੇ ਹਾਂ ਕਿ ਕਿਸਾਨਾਂ ਦਾ ਦੇਣ ਹੈ ਜਿਹੜੀ ਇਹ ਕਾਫੀ ਇੰਪੋਰਟੈਂਟ ਹੈ ਦੇਸ਼ ਦੇ ਲੋਕਾਂ ਨੂੰ। ਹਾਂ ਠੀਕ ਹੈ, ਜਿਹੜੇ ਅੱਜ ਕਰੋਨਾ ਦੇ ਵਾਰੀਅਰ ਅੱਗੇ ਹੋ ਕੇ ਲੋਕਾਂ ਦਾ ਇਲਾਜ ਕਰ ਰਹੇ ਨੇ ਉਹਨਾਂ ਦੀ ਮਾਨਤਾ ਹੋਣੀ ਚਾਹੀਦੀ ਹੈ, ਪਰ ਜਿਹੜੇ ਲੋਕ ਅਸਲ 'ਚ ਦੇਸ਼ ਦੇ ਲੋਕਾਂ ਦੀ ਲਗਾਤਾਰ ਜੀਵਨ ਦੀ ਉਤਪਤੀ ਤੇ ਜੀਵਨ ਨੂੰ ਅੱਗੇ ਵਿਕਾਸ ਕਰਕੇ ਮੌਤ ਤੱਕ ਉਹਨਾਂ ਦੀ ਜ਼ਿੰਮੇਵਾਰੀ ਲੈਂਦੇ ਨੇ, ਉਹਨਾਂ ਦੀ ਹੋਂਦ ਦੀ, ਉਹਨਾਂ ਦੀ ਐਗਜ਼ਿਸਟੈਂਸ ਨੂੰ ਤੇ ਆਈਡੈਂਟਿਟੀ ਨੂੰ ਕੋਈ ਮਾਨਤਾ ਨਾ ਦੇਣਾ ਇਹੋ ਜਿਹੇ ਦੌਰ ਦੇ ਅੰਦਰ ਮਾੜੀ ਗੱਲ ਹੈ। ਇੱਕ ਦੂਸਰਾ ਜੋ ਪੈਕੇਜ ਦਿੱਤਾ ਗਿਆ ਮੈਂ ਵੀ ਅੱਜ ਦੇਖਿਆ, ਉਹਦੇ 'ਚ ਜਾਣੀ ਜੋ ਉਹਨਾਂ ਨੇ ਮਤਲਬ ਕਿ ਲੈਂਡ, ਲੇਬਰ, ਲਿਕੁਇਡਿਟੀ ਵਗੈਰਾ ਵਗੈਰਾ ਦੀ ਜੋ ਗੱਲ ਕੀਤੀ ਹੈ, ਉਹਦੇ 'ਚ ਮੈਨੂੰ ਤਾਂ ਸਗੋਂ ਇਹ ਡਰ ਹੈ ਕਿ ਕਿਸਾਨਾਂ ਨੂੰ ਦਿੱਤਾ ਤਾਂ ਕੋਈ ਫਾਈਨੈਂਸ਼ੀਅਲ ਪੈਕੇਜ ਦਿੱਤਾ ਕੁਛ ਨਹੀਂ ਦਿੱਤਾ, ਨਾ ਪਿਛਲੀ ਵਾਰੀ ਦਿੱਤਾ ਸੀ,
ਜਿਵੇਂ PM ਕਿਸਾਨ ਯੋਜਨਾ ਦੇ ਵਿੱਚ 2000 ਰੁਪਏ ਦੇਵਾਂਗੇ ਜੀ 3 ਮਹੀਨੇ, ਉਹ ਤਾਂ ਉਹਨਾਂ ਨੂੰ ਪਹਿਲਾਂ ਹੀ ਤੁਸੀਂ ਅਨਾਉਂਸ ਕੀਤਾ ਹੋਇਆ, ਪਿਛਲੇ ਬਜਟ ਸੈਸ਼ਨ 'ਚ ਅਨਾਉਂਸ ਕੀਤਾ ਹੋਇਆ। ਨਵਾਂ ਕਿਸਾਨਾਂ ਨੂੰ ਕੀ ਦਿੱਤਾ, ਕਿ ਨਾ ਪਿਛਲੇ ਪੈਕੇਜ ਦਿੱਤਾ, ਨਾ ਇਸ 'ਚ ਕੁਛ ਦਿੱਤਾ। ਦੂਸਰਾ ਤੀਸਰਾ ਹੈਲੋ ਹਾਂਜੀ ਜਾਰੀ ਰੱਖੋ ਗੱਲ ਡਾਕਟਰ ਸਾਹਿਬ। ਉਹਦੇ ਚੋਂ ਸਾਡਾ ਇਹ ਹੈ ਕਿ ਇਹ ਪੈਕੇਜ ਜਿਹੜਾ ਠੀਕ ਹੈ, ਛੋਟੇ ਕਾਰੋਬਾਰੀਆਂ ਨੂੰ ਦਿੱਤਾ ਹੈ, ਆਪਣੇ ਮੁਲਾਜ਼ਮਾਂ ਨੂੰ ਕੁਛ ਨੂੰ ਦਿੱਤਾ ਹੈ, EPF ਦੇ ਵਿੱਚ ਰਾਇਤਾਂ ਦੇ ਕੇ, ਜਾਂ ਹੋਰ ਮਤਲਬ ਕਿ ਛੋਟੇ ਸਨਅਤਕਾਰਾਂ ਲਈ ਕਾਫੀ ਕੁਛ ਦਿੱਤਾ ਹੈ। ਪਰ ਕਿਸਾਨੀ ਦੇ ਵਾਸਤੇ ਅਸੀਂ ਇਸ ਪੈਕੇਜ ਨੂੰ ਰੱਦ ਕਰ, ਮਤਲਬ ਕਿਸਾਨੀ ਦੀ ਜੋ ਦੇਣ ਹੈ ਇਸ ਦੇਸ਼ ਨੂੰ, ਉਹਦੇ ਸੰਬੰਧ 'ਚ ਪਿਛਲੇ ਪੈਕੇਜ 'ਚ ਵੀ ਤੇ ਐਤਕੀ ਵੀ ਮੋਦੀ ਸਾਹਿਬ ਨੇ ਕੁਛ ਨਹੀਂ ਦਿੱਤਾ। ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ, ਇਸ ਪੈਕੇਜ ਨੂੰ, ਕਿਸਾਨੀ ਦੇ ਐਂਗਲ ਤੋਂ। ਹਾਂ ਠੀਕ ਹੈ, ਇਹਦੇ 'ਚ ਹੁਣ ਕਹਿ ਰਹੇ ਸੀ ਜੀ ਅਖੇ ਲੈਂਡ, ਲੇਬਰ, ਲਿਕੁਇਡਿਟੀ, ਇਹ ਸਾਰੇ ਜਿਹੜੇ ਲੈਂਦਾ ਲੇਬਰ ਨੂੰ ਕੀ ਦੇਤਾ, ਲੇਬਰ ਦੇ ਲਾ ਸਗੋਂ ਉਲਟ ਕਰਤੇ ਸਾਰੇ BJP ਦੀਆਂ ਸਰਕਾਰਾਂ ਦੇ ਵਿੱਚ। ਲੇਬਰ ਲਾ ਦੇ ਵਿੱਚ ਸੋਧਾਂ ਕਰਤੀਆਂ, ਟ੍ਰੇਡ ਯੂਨੀਅਨ ਐਕਟ ਦੇ ਵਿੱਚ ਕਰਤੀਆਂ, ਮਜ਼ਦੂਰਾਂ ਦੇ ਮੈਨੂੰ ਸਮਝ ਨਹੀਂ ਆਈ ਵੀ ਕੀ ਦਿੱਤਾ ਲੇਬਰ ਵਾਸਤੇ, ਕੀ ਕੀਤਾ ਲੇਬਰ, ਸਗੋਂ ਲੇਬਰ ਨੂੰ ਇੱਕ ਤਰ੍ਹਾਂ ਦਾ ਹੋਰ ਗੁਲਾਮ ਬਣਾਉਣ ਵਾਸਤੇ ਲੇਬਰ ਲਾ ਦੇ ਵਿੱਚ ਸੋਧਾਂ ਕਰਤੀਆਂ। ਸੋ ਕਿਸਾਨਾਂ ਤੇ ਮਜ਼ਦੂਰਾਂ ਦੇ ਐਂਗਲ ਤੋਂ ਇਸ ਉਸ ਦੇ ਵਿੱਚ ਪੈਕੇਜ ਦੇ ਵਿੱਚ ਕੋਈ ਚੀਜ਼, ਕੋਈ ਬੈਨੀਫਿਟ ਨਹੀਂ ਹੈ, ਕੋਈ ਉਹਦੇ 'ਚ ਰਾਹਤ ਨਹੀਂ ਹੈ, ਕੋਈ ਉਹਨਾਂ ਨੂੰ ਇਕਨੋਮਿਕ ਪੈਕੇਜ ਦੇ ਵਿੱਚੋਂ ਕੁਛ ਵੀ ਮਿਲਣ ਵਾਲਾ ਨਹੀਂ ਹੈ। ਸੈਕੰਡਲੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਜ਼ਦੂਰ ਜਿਹੜੇ ਜਾ ਰਹੇ ਨੇ, ਦੇਖੋ ਮਜ਼ਦੂਰ ਪੈਡੀ ਦਾ ਸੀਜ਼ਨ ਹੈ, ਜਾ ਰਹੇ ਨੇ, ਗੱਲ ਸਹੀ ਹੈ, ਕਿਉਂਕਿ ਉਹ ਹੁਣ ਮਜ਼ਦੂਰ ਜਿਹੜੇ ਨੇ ਡੇਢ ਮਹੀਨਾ ਹੋ ਗਿਆ, ਕੋਈ ਕੰਮ ਨਹੀਂ ਹੈ, ਸੋਸ਼ਲ ਸਿਕਿਉਰਿਟੀ ਨਹੀਂ ਹੈ, ਆਰਥਿਕਤਾ ਦੀ ਕੋਈ ਸਿਕਿਉਰਿਟੀ ਨਹੀਂ ਹੈ, ਕੋਈ ਉਹਨਾਂ ਨੂੰ ਮਤਲਬ ਕਿ ਸਮਾਜਿਕ ਤੌਰ ਤੇ ਵੀ ਜਿਹੜੇ ਪ੍ਰਵਾਸੀ ਲੋਕ ਨੇ ਉਹਨਾਂ ਨੂੰ ਉਸ ਕਿਸਮ ਦੀ ਰਾਹਤ ਨਹੀਂ ਮਿਲਦੀ। ਕਿਤੇ ਵੀ ਹੋਵੇ ਪ੍ਰਵਾਸੀ, ਚਾਹੇ ਕੋਈ ਇੰਗਲੈਂਡ 'ਚ ਰਹਿੰਦੇ ਨੇ ਪੰਜਾਬੀ, ਜਾਂ ਕੈਨੇਡਾ 'ਚ ਰਹਿੰਦੇ ਨੇ, ਜਾਂ ਅਮਰੀਕਾ 'ਚ ਰਹਿੰਦੇ ਨੇ, ਉੱਥੇ ਵੀ ਉਹਨਾਂ ਦੀ ਪੋਜੀਸ਼ਨ, ਉਦਾਹਰਨ ਦੇ ਤੌਰ ਤੇ ਜਿਵੇਂ ਟਰੰਪ ਸਾਹਿਬ ਕਹਿ ਰਹੇ ਨੇ ਅਮਰੀਕਾ 'ਚ ਗ੍ਰੇਟ ਅਮਰੀਕਨ ਆਫ ਗ੍ਰੇਟ ਅਮਰੀਕਾ, ਇਹਨਾਂ ਨੂੰ ਜੌਬਸ ਦੇਣੀਆਂ ਪਹਿਲਾਂ। ਸਿਮਿਲਰਲੀ ਜਿੱਥੇ ਵੀ ਪ੍ਰਵਾਸ ਹੁੰਦਾ ਉੱਥੇ ਸਿਚੁਏਸ਼ਨ ਇਸ ਕਿਸਮ ਦੀ ਹੁੰਦੀ ਹੈ। ਸੋ ਪ੍ਰਵਾਸੀਆਂ ਨੂੰ ਜਿਹੜੇ ਲੋਕਾਂ ਜਾਣਾ ਚਾਹੁੰਦੇ ਨੇ, ਮੈਂ ਤਾਂ ਦੇਖ ਰਿਹਾ ਸੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਸੀ ਕਿ ਲੋਕ ਘੱਟੋ ਘੱਟ 40-50 ਜਿਹੜੇ ਮਜ਼ਦੂਰ ਨੇ ਉਹ ਸਾਈਕਲਾਂ ਤੇ ਬਲਕਿ ਬਿਹਾਰ ਵੱਲ ਮਾਰਚ ਕਰ ਰਹੇ ਨੇ, ਜਾਂ 1500 ਕਿਲੋਮੀਟਰ ਦਾ ਸਫ਼ਰ ਸਾਈਕਲਾਂ ਤੇ। ਸਿਮਿਲਰਲੀ ਉਹ ਛੱਤੀਸਗੜ੍ਹ ਦਾ ਪਿਛਲੇ ਦਿਨ ਆਪਾਂ ਦੇਖਿਆ ਸੀ ਕਿ ਕਿਵੇਂ ਬੱਚੇ ਤੋਂ ਬਚ ਕੇ ਮਾਂ-ਬਾਪ ਮਰ ਗਏ, ਉਹਨਾਂ ਦੇ ਰਾਹ ਸਾਈਕਲ ਤੇ ਜਾਂਦੇ। ਟ੍ਰੇਨ ਦੇ ਆਪਾਂ ਦੇਖਿਆ ਕਿਵੇਂ ਵਿਚਾਰਿਆਂ ਦੀ ਟ੍ਰੈਜਡੀ ਹੋਈ ਆ, ਮਜ਼ਦੂਰ ਟ੍ਰੇਨ ਦੇ ਉਹਦੇ ਤੇ ਥੱਲੇ ਆ ਕੇ ਮਰ ਗਏ, ਤੇ 400 ਦੇ ਕਰੀਬ ਲੋਕ ਹੁਣ ਤੱਕ ਮਰ ਚੁੱਕੇ ਨੇ। ਸੋ ਉਹਨਾਂ ਮਜ਼ਦੂਰਾਂ ਨੇ ਇੱਥੇ ਪੈਡੀ ਦੀ ਇੰਪਲਾਂਟੇਸ਼ਨ ਕਰਨੀ ਸੀ, ਬੁਆਈ ਕਰਨੀ ਸੀ, ਲਾਉਣੀ ਸੀ, ਉਹ ਠੀਕ ਗੱਲ ਹੈ। ਉਹਦੇ ਵਾਸਤੇ ਜਿਹੜੇ ਪੰਜਾਬ, ਦੂਸਰੇ ਪਾਸੇ ਇਹ ਵੀ ਹੈ ਕਿ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਉਹ ਚਾਹੇ ਰਿਕਸ਼ਾ ਚਲਾਉਂਦੇ ਸੀ, ਕੰਸਟਰਕਸ਼ਨ ਦਾ ਕੰਮ ਕਰਦੇ ਸੀ, ਦੁਕਾਨਾਂ ਤੇ ਕੰਮ ਕਰਦੇ ਸੀ, ਜਾਂ ਹੋਰ ਕੋਈ ਛੋਟਾ ਰੇਹੜੀ ਲਾਉਂਦੇ ਸੀ, ਉਹ ਮਜ਼ਦੂਰ ਵੀ ਤਾਂ ਵਿਹਲੇ ਹੀ ਨੇ ਨਾ ਹਲੇ, ਉਹ ਮਜ਼ਦੂਰਾਂ ਨੂੰ ਕੰਮ ਮਿਲੂਗਾ। ਉਹ ਮਜ਼ਦੂਰ ਦੂਸਰਾ ਹੈ ਕਿ ਇਹਦੇ 'ਚ ਕੋਈ ਡਾਇਰੈਕਟ ਜਿਹੜੀ ਝੋਨਾ ਬੀਜਣ ਦੀ ਤਕਨੀਕ ਕਰਕੇ ਵੀ, ਅੱਜ ਸਾਡੀ ਮੀਟਿੰਗ ਸੀ ਸੂਬੇ ਦੀ, ਤਾਂ ਫਿਰੋਜ਼ਪੁਰ ਵਾਲੇ ਸਾਥੀ ਕਹਿ ਰਹੇ ਸੀ ਕਿ ਵੱਡੀ ਗਿਣਤੀ 'ਚ, ਵੱਡੀ ਤਾਦਾਦ 'ਚ ਲੋਕ ਡਰਿੱਲ ਨਾਲ ਝੋਨਾ ਬੀਜ ਰਹੇ ਨੇ। ਸੋ ਜੇ ਡਰਿੱਲ ਨਾਲ ਝੋਨਾ ਬੀਜ ਰਹੇ ਨੇ, ਨਾਲ ਮਜ਼ਦੂਰ ਕਾਫੀ ਵੱਡੀ ਗਿਣਤੀ, ਹਾਂ ਠੀਕ ਹੈ ਮਜ਼ਦੂਰੀ ਥੋੜੀ ਵੱਧ ਜੂਗੀ, ਤੇ ਉਹ ਮਜ਼ਦੂਰੀ ਅਗਰ ਵੱਧਦੀ ਹੈ ਤਾਂ ਕਿਸਾਨ ਨੂੰ ਉਹਦਾ ਵੀ ਕੋਈ ਰੋਸ ਨਹੀਂ ਕਰਨਾ ਚਾਹੀਦੀ ਹੈ। ਸੰਕਟ ਦੀਆਂ ਹਾਲਤਾਂ ਦੇ ਵਿੱਚ ਵੱਧ ਦੇਣਾ ਵੀ ਪੈਂਦਾ ਹੁੰਦਾ, ਤੇ ਵੱਧ ਦੇਣਾ ਹੁੰਦਾ ਜਾਂ ਮਾਰਕੀਟ ਦੇ ਵਿੱਚ ਜੋ ਰੇਟ ਆ ਉਹ ਖਰੀਦਣਾ ਹੀ ਹੁੰਦਾ ਉਸਨੂੰ, ਉਹ ਜਿਹੜੇ ਇੱਥੋਂ ਦੇ ਮਜ਼ਦੂਰ ਨੇ ਲਾਉਣਗੇ ਉਹ ਝੋਨਾ। ਇਸ ਕਰਕੇ ਉਹਨਾਂ ਨੂੰ ਕੋਈ ਇਹ ਕਵੇ ਵੀ ਜ਼ਬਰਦਸਤੀ ਇੱਥੇ ਰੱਖ ਲਓ ਜੀ, ਜਾਣ ਨਾ ਦਿਓ, ਜਾਂ ਮਤਲਬ ਕਿ ਇਸ ਕਿਸਮ ਦੀ ਜੇ ਕੋਈ ਕਿਸਾਨ ਜਥੇਬੰਦੀ ਮੰਗ ਕਰਦੀ ਹੈ, ਕਹਿੰਦੀ ਆ, ਉਹ ਵੀ ਗਲਤ ਹੈ। ਦੂਸਰਾ ਜੇ ਕੋਈ ਕਹਿੰਦੇ ਨੇ ਵੀ ਉੱਧਰੋਂ ਲਿਆਉਣ ਦਾ ਸੱਦਾ ਦਿਓ, ਕਹੋ ਅਮਰਿੰਦਰ ਸਿੰਘ ਉਹਨਾਂ ਨੂੰ ਕਿ ਲਿਆਉਣ ਮਜ਼ਦੂਰਾਂ ਨੂੰ। ਹਾਂ ਜਿਹੜੇ ਕੋਈ ਆਪਣੀ ਇੱਛਾ ਨਾਲ, ਸਵੈ ਇੱਛਾ ਨਾਲ, ਆਪਣੀ ਮਰਜ਼ੀ ਨਾਲ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਉਵੇਂ ਹੀ ਲਿਆਂਦਾ ਜਾਵੇ ਜਿਵੇਂ ਇੱਧਰੋਂ ਜਾਣ ਵਾਲਿਆਂ ਨੂੰ ਉੱਧਰ ਛੱਡ ਕੇ ਆਉਣਾ ਚਾਹੀਦਾ, ਉਵੇਂ ਹੀ ਉਹਨਾਂ ਨੂੰ ਲਿਆਂਦਾ ਜਾਵੇ। ਉਹਨਾਂ ਦੀ ਸਿਕਿਉਰਿਟੀ, ਹੈਲਥ ਸਿਕਿਉਰਿਟੀ, ਉਹਨਾਂ ਦਾ ਖਾਣ ਦੀ, ਉਹਨਾਂ ਦੀ ਕੁਆਰੰਟੀਨ ਕਰਨਾ, ਇਕਾਂਤਵਾਸ ਲੈ ਕੇ ਜਾਣਾ, ਫਿਰ ਉਹਨਾਂ ਨੂੰ ਕੰਮ ਤੇ ਬਲਕਿ ਜਾਣ ਦਾ ਉਹਨਾਂ ਦੀ ਸੁਵਿਧਾ ਬਣਾਉਣੀ ਕੀਤੀ ਜਾ ਸਕਦੀ ਹੈ, ਕਰਨੀ ਚਾਹੀਦੀ ਹੈ। ਅਗਰ ਸ਼ਾਰਟੇਜ ਆਫ ਲੇਬਰ ਕੁਛ ਲੱਗਦੀ ਹੈ ਤਾਂ ਖਾਸ ਕਰਕੇ ਦੁਆਬ ਵੀ ਹੈ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਦਰਸ਼ਨਪਾਲ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਆਪਨੇ ਬੜੀ ਤਫਸੀਲ ਦੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬੜੇ ਸੰਜੀਦਾ ਆਗੂ ਨੇ ਡਾਕਟਰ ਦਰਸ਼ਨਪਾਲ ਜੀ, ਆਪ ਇਸ ਵਕਤ ਆਪਣੇ ਨਾਲ ਜੁੜੇ ਸੀ।
ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਲੇਬਰ ਲਾ ਦੇ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਨੇ ਤੇ ਕਿਤੇ ਨਾ ਕਿਤੇ ਉੱਥੇ ਲੇਬਰ ਦਾ ਸ਼ੋਸ਼ਣ ਵੀ ਹੋਏਗਾ, ਕਿਉਂਕਿ ਇੰਡਸਟਰੀ ਨੂੰ ਆ ਜਿਹੜੀ ਤਵੱਜੋ ਜ਼ਿਆਦਾ ਦਿੱਤੀ ਗਈ ਹੈ। ਫਿਰ ਇੱਥੇ ਫਿਰ ਲੇਬਰ ਲਾ ਨੂੰ ਜਿਹੜਾ ਤਾਕ 'ਤੇ ਰੱਖ ਦਿੱਤਾ ਗਿਆ, ਕਿਉਂਕਿ ਜ਼ਿਆਦਾ ਇੰਡਸਟਰੀਅਲ ਦੀ ਸੁਣੀ ਜਾਂਦੀ ਹੈ, ਕਿਉਂਕਿ ਇੰਡਸਟਰੀ ਨੇ ਅੱਗੇ ਗਰੋਥ ਪੈਦਾ ਕਰਨੀ ਹੈ। ਸੋ ਕਿਤੇ ਨਾ ਕਿਤੇ ਉੱਥੇ ਫਿਰ ਮਜ਼ਦੂਰ ਵਰਗ ਦੇ ਨਾਲ ਧੱਕਾ ਹੁੰਦਾ। ਹਾਲਾਂਕਿ RSS ਦਾ ਮਜ਼ਦੂਰ ਵਰਗ ਵੀ ਹੈਗਾ, ਪਰ ਉਹਦੀ ਕਦੇ ਸੁਣੀ ਨਹੀਂ ਗਈ। ਬਹੁਤ ਵੱਡੇ ਸਪੋਰਟਰ ਨੇ RSS ਦਾ ਜਿਹੜਾ ਮਜ਼ਦੂਰ ਵਰਗ ਆ, ਉਹਨਾਂ ਨੇ ਚਾਈਨਾ ਤੋਂ ਪ੍ਰੋਡਕਟ ਮੰਗਵਾਉਣ ਦਾ ਵੀ ਵਿਰੋਧ ਕੀਤਾ ਸੀਗਾ, ਮੇਕ ਇਨ ਇੰਡੀਆ ਨੂੰ ਅਸਲ ਮਾਅਨਿਆਂ ਦੇ ਵਿੱਚ ਲਾਉਣ ਦੀ ਗੱਲ ਕੀਤੀ ਸੀ, ਪਰ RSS ਦੇ ਮਜ਼ਦੂਰ ਵਿੰਗ ਦੀ ਵੀ ਬਹੁਤੀ ਸੁਣੀ ਨਹੀਂ ਗਈ। ਕਿਸਾਨ ਐਂਡ ਲੇਬਰ ਨੀਡ ਟੂ ਹੈਲਪ ਸਰਵਾਈਵਰ, ਫਿਊਚਰ ਇਜ਼ ਨਾਟ ਈਜ਼ੀ। ਦਵਿੰਦਰਪਾਲ ਸਿੰਘ ਜਰਮਨੀ ਤੋਂ ਲਿਖਦੇ ਨੇ। ਅਮਰਜੀਤ ਸ਼ਰਮਾ ਬਾਈ ਜੀ ਸਮਰਾਲਾ ਤੋਂ ਜੁੜੇ ਨੇ। ਗਿਲ ਜੁਗਰਾਜ ਕਹਿੰਦੇ ਫਸਟ ਟਾਈਮ ਇੱਕ ਡਾਕਟਰ ਇਜ਼ ਪ੍ਰੈਜ਼ੀਡੈਂਟ ਆਫ BKU, ਵੈਰੀ ਗੁੱਡ। ਸਟ੍ਰੇਂਜ ਕਹਿੰਦੇ ਪਹਿਲਾਂ ਤਾਂ ਆਮ ਅਨਐਜੂਕੇਟਡ ਹੀ BKU ਦੇ ਲੀਡਰ ਸਨ। ਬਿਲਕੁਲ। ਖੈਰ ਡਾਕਟਰ ਦਰਸ਼ਨਪਾਲ ਹੋਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਆਗੂ ਨੇ। ਪਹਿਲਾਂ ਡਾਕਟਰ ਬਲਕਾਰ ਸਿੰਘ ਵੀ ਹੁੰਦੇ ਸੀਗੇ, ਜਿਹੜੀ ਕਿਸਾਨ ਜਥੇਬੰਦੀ ਹੈ ਏਕਤਾ ਦੇ ਸੀਗੇ ਡਕੌਂਦਾ, ਉਹ ਵੀ ਬੜੇ ਸੰਜੀਦਾ ਆਗੂ ਸੀਗੇ। ਡਾਕਟਰ ਬਲਕਾਰ ਸਿੰਘ ਡੈਥ ਹੋ ਗਈ ਸੀ ਉਹਨਾਂ ਦੀ। ਕਿਸਾਨ ਯੂਨੀਅਨ ਡਕੌਂਦਾ ਨਾਲ ਸੰਬੰਧਿਤ ਸਨ। ਗੁਰਪ੍ਰੀਤ ਸਿੰਘ ਬੰਟੂ ਸੇਖੋਂ ਬਾਈ ਜੀ ਜੁੜੇ ਨੇ, ਇਹਨਾਂ ਦਾ ਵੀ ਧੰਨਵਾਦ ਹੈ। ਹੈਲੋ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਔਨਰ ਹੋ? ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਜਿਹੜਾ ਪਟਿਆਲਾ ਇਹ ਨਿਹੰਗ ਸਿੰਘਾਂ ਦੀ ਰਾਜਧਾਨੀ ਆ, ਇਹਨਾਂ ਨੂੰ ਕਾਇਮ ਕਰੋ। ਜਿਹੜੇ ਮਾਸੂਮ ਬੱਚੇ ਆ ਇਹਨਾਂ ਦਾ ਨਸ਼ਾ ਛੁਡਾ ਸਕਦੇ ਆ ਸੁੱਖੇ ਨਾਲ। ਇਹ ਦੇਖੋ ਟੋਟਾ ਸਾਹਿਬ। ਹੈਲੋ ਹੈਲੋ। ਹਾਂਜੀ, ਆਪਣੀ ਗੱਲ ਕਰੋ ਬਾਈ ਜੀ, ਤੁਸੀਂ ਗੱਲ ਕੰਪਲੀਟ ਕਰ ਦਿਓ, ਆਪਣੀ ਗੱਲ ਕੰਪਲੀਟ ਕਰ ਦਿਓ। ਮੇਰੀ ਆਵਾਜ਼ ਤੁਹਾਡੇ ਕੋਲ ਆ ਰਹੀ ਹੈ, ਤੁਹਾਡੀ ਆਵਾਜ਼ ਵੀ ਆ ਰਹੀ ਹੈ। ਦੇਖੋ 300 ਸਾਲ ਤੋਂ ਨਾ ਨਿਹੰਗ ਸਿੰਘਾਂ ਨੇ ਘੋੜੇ ਭਜਾਉਣ ਤੋਂ ਬਿਨਾਂ ਡੱਕਾ ਨਹੀਂ ਤੋੜਿਆ। ਇਹਨਾਂ ਨੂੰ ਹੁਣ ਲਾਓ, ਇਹਨਾਂ ਦਾ ਨਾਲੇ ਤਾਂ ਪਾਪ ਲੈ ਜਾਊਗਾ, ਨਾਲੇ ਆਪਣਾ ਪੰਜਾਬ ਬਾਜੂ। ਸੁੱਖੇ ਤੋਂ ਬਿਨਾਂ ਨਹੀਂ ਗੱਲ ਬਣਨੀ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਜੀ। ਸੁੱਖ ਨਿਧਾਨ ਦੀ ਗੱਲ ਕਰਦੇ ਨੇ, ਸ਼ਿਵ ਦੇ ਪ੍ਰਸ਼ਾਦ ਦੀ ਗੱਲ ਕਰਦੇ ਨੇ। ਸਤਨਾਮ ਰਾਜ ਆਰਿਆ ਹੋਰੀ ਨਮਸਕਾਰ ਜੀ, ਧੰਨਵਾਦ। ਵਿਕਾਸ ਗਿੱਲ ਖੁਸ਼ਨਾ ਮਸਦ ਗੱਲ ਕਰਦੇ ਨੇ। ਸੁੱਖ ਨਿਧਾਨ ਦੀ ਗੱਲ ਕਰਦੇ ਨੇ, ਸੁੱਖੇ ਦੀ ਗੱਲ ਕਰਦੇ ਨੇ, ਭੰਗ ਦੀ ਗੱਲ ਕਰਦੇ ਨੇ। ਤਾਂਬੇ ਦੀ ਪੁੱਠ ਦਿੱਤੀ ਭੰਗ ਬੜੀ ਖਰਾਬ ਹੁੰਦੀ ਹੈ ਜੀ। ਖੈਰ, ਇਸ ਦੌਰਾਨ ਆਰਥਿਕ ਪੈਕੇਜ ਮਿਲਣ ਦੇ ਨਾਲ ਇੱਕ ਵਾਰੀ ਆਕਸੀਜਨ ਤਾਂ ਇੰਡਸਟਰੀ ਨੂੰ ਮਿਲੇਗਾ, ਕਿਉਂਕਿ ਦੇਸ਼ ਦੀ GDP ਦਾ 10% ਬਣਦਾ, ਇਹ 20 ਲੱਖ ਕਰੋੜ। ਸੋ ਇਸ ਦਾ ਇੰਡਸਟਰੀ ਨੂੰ ਇੱਕ ਵਾਰੀ ਰਾਹਤ ਮਿਲੇਗੀ। ਯਾਦਵਿੰਦਰ ਸਿੰਘ ਅੰਟਾਲ ਬਾਈ ਜੀ ਨਾਨਸੂ ਤੋਂ ਜੁੜੇ ਨੇ। ਅਤੇ ਇੱਕ ਵਾਰੀ ਲੋਕਾਂ ਨੂੰ ਆਸ ਲੱਗੇਗੀ ਕਿ ਊਠ ਦਾ ਬੁੱਲ ਹੁਣ ਡਿੱਗਿਆ, ਹੁਣ ਲੱਗਿਆ, ਪਰ ਊਠ ਦਾ ਬੁੱਲ ਕਦੋਂ ਡਿੱਗਦਾ ਇਹ ਪਤਾ ਹੀ ਨਹੀਂ। ਬਾਹਰੋਂ ਲੱਗਦਾ ਹੁੰਦਾ ਖਾਣ ਵਾਲੇ ਨੂੰ ਕਿ ਊਠ ਦਾ ਬੁੱਲ ਹੁਣ ਡਿੱਗਿਆ। ਊਠ ਕਿਸ ਕਰਵਟ ਬੈਠਦਾ, ਇਹ ਵੀ ਹੁਣ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਪਿਛਲੇ ਸਮੇਂ ਫੋਕਲੋਰ ਦੇ ਵਿੱਚ ਬੜੇ ਵਾਕਵਾਨ। ਅਮਨ ਅਰੋੜਾ ਸਾਹਿਬ, ਆਪ ਜੀ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਅਮਨ ਜੀ, ਤੁਹਾਡੇ 2-3 ਸਵਾਲ ਮੈਂ ਤੁਹਾਡੇ ਕੋਲੋਂ ਲੈਣੇ ਆ, ਇਕੱਠੇ ਹੀ ਤੁਸੀਂ ਤਫਸੀਲ ਨਾਲ ਦੱਸ ਦਿਓ। ਇੱਕ ਤਾਂ ਕਰਨ ਅਵਤਾਰ ਸਿੰਘ ਬਾਰੇ ਤੁਹਾਡੀ ਟਿੱਪਣੀ ਆਈ ਹੈ, ਦੂਸਰਾ ਪੰਜਾਬ ਦੀ ਆਬਕਾਰੀ ਨੀਤੀ ਤੇ ਹਾਲੀਆ, ਕਿਉਂਕਿ ਤੁਸੀਂ ਬੜਾ ਬਿਜ਼ਨਸ ਦੇ ਨਾਲ ਵੀ ਜੁੜੇ ਹੋ, ਸਟੈਟਿਕ ਸੰਕੜਿਆਂ ਦੀ ਗੱਲ ਕਰਦੇ ਹੋ। ਜਿਹੜਾ 20 ਲੱਖ ਕਰੋੜ ਐਲਾਨਿਆ, ਤੁਹਾਡੀ ਨਜ਼ਰ 'ਚ ਕੀ ਹੈ? ਕੀ ਕੁਛ ਮਿਲੇਗਾ ਆਮ ਜਨਤਾ ਨੂੰ? ਜੀ ਅਰੋੜਾ ਸਾਹਿਬ। ਅਮਨ ਅਰੋੜਾ, ਆਮ ਆਦਮੀ ਪਾਰਟੀ ਦੇ MLA ਸੁਨਾਮ ਤੋਂ। ਜੀ ਅਰੋੜਾ ਸਾਹਿਬ। ਦੇਖੋ, ਇਸ ਤਰ੍ਹਾਂ ਜਿੱਦਾਂ ਕਰਨ ਅਵਤਾਰ ਸਿੰਘ ਦਾ ਸਵਾਲ ਹੈ, ਅੱਜ ਤੱਕ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਕਿਸੇ ਤਰ੍ਹਾਂ ਦਾ ਕਰਪਸ਼ਨ ਦਾ ਕੋਈ ਐਲੀਗੇਸ਼ਨ ਨਹੀਂ ਲੱਗਿਆ ਹੈਗਾ। ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਔਰ ਪੂਰੀ ਦੀ ਪੂਰੀ ਕੈਬਨਿਟ ਨੇ ਵੀ ਉਹਨਾਂ ਨੂੰ ਕੰਪੀਟੈਂਟ, ਇਮਾਨਦਾਰ, ਇੱਕ ਵਧੀਆ ਸੁਲਝਿਆ ਅਫਸਰ ਜਾਣ ਕੇ ਹੀ, ਸਮਝ ਕੇ ਹੀ ਉਹਨਾਂ ਨੂੰ ਚੀਫ ਸੈਕਟਰੀ ਲਾਇਆ ਸੀਗਾ। ਸੋ ਅੱਜ ਉਹਨਾਂ ਦੀ ਜੇ ਮੰਤਰੀਆਂ ਔਰ ਵਿਧਾਇਕਾਂ ਵੱਲੋਂ ਜੇ ਸਵਾਲ ਚੁੱਕੇ ਜਾ ਰਹੇ ਤਾਂ ਮੈਂ ਸਮਝਦਾ ਕਿ ਇਹ ਸਵਾਲ ਨੇ ਜਿਹੜੇ, ਉਹ ਉਂਗਲਾਂ ਨੇ ਜਿਹੜੀਆਂ, ਇਹ ਕਰਨ ਅਵਤਾਰ ਸਿੰਘ ਤੇ ਨਹੀਂ ਚੱਕੀਆਂ ਜਾ ਰਹੀਆਂ। ਇਹ ਕੈਪਟਨ ਅਮਰਿੰਦਰ ਸਿੰਘ ਦੀ ਡਿਸੀਜਨ ਮੇਕਿੰਗ ਤੇ ਗਵਰਨੈਂਸ ਦੀ ਔਰ ਸਰਕਾਰ ਚਲਾਉਣ ਦੀ, ਫੈਸਲੇ ਲੈਣ ਦੀ ਜਿਹੜੀ ਕੰਪੀਟੈਂਸ ਹੈ, ਐਬਿਲਿਟੀ ਹੈ, ਉਹਦੇ ਉੱਪਰ ਸਵਾਲ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ। ਉਹ ਉਂਗਲਾਂ ਨੇ ਜਿਹੜੀਆਂ ਚੱਕੀਆਂ ਜਾ ਰਹੀਆਂ ਨੇ। ਜਿੱਥੇ ਤੱਕ ਆਬਕਾਰੀ ਨੀਤੀ ਦਾ ਸਵਾਲ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਦੇ ਨਾਂ ਦੇ ਉੱਪਰ ਬੜਾ ਵੱਡਾ ਗੋਰਖ ਧੰਦਾ ਜਿਹੜਾ ਚੱਲ ਰਿਹਾ, ਪਹਿਲਾਂ ਪਿਛਲੀ ਸਰਕਾਰ ਵੇਲੇ ਚੱਲ ਰਿਹਾ, ਉਹਨਾਂ ਨੂੰ ਉਸ ਨੂੰ ਹੁਣ ਇਹਨਾਂ ਨੇ ਟੇਕ ਓਵਰ ਕਰ ਲਿਆ, ਜਿਹਦੀ ਵਜ੍ਹਾ ਕਰਕੇ ਜਿਹੜਾ ਮਾਲੀਆ 'ਚ ਮਹਿਜ਼ 5000 ਕਰੋੜ ਦੇ ਕਰੀਬ ਪੰਜਾਬ ਦਾ ਰਹਿ ਜਾਂਦਾ ਹੈ,
ਉਹ ਬੜੇ ਆਰਾਮ ਦੇ ਨਾਲ 10-11 ਹਜ਼ਾਰ ਕਰੋੜ ਜਾ ਸਕਦਾ ਹੈ, ਕਿਉਂਕਿ ਸਾਡੇ ਤੋਂ ਛੋਟੀ ਸਟੇਟ ਹੈ। ਸਾਡਾ ਇਸ ਸਾਲ ਦਾ 19-20 ਦਾ 5,026 ਕਰੋੜ ਦਾ ਹੋਇਆ ਹੈ। ਹਰਿਆਣਾ ਸਾਡੇ ਤੋਂ ਛੋਟੀ ਸਟੇਟ ਹੈ, ਉੱਥੇ ਦਾ 6200 ਕਰੋੜ ਦਾ ਹੋਇਆ। ਤੇਲੰਗਾਨਾ ਸਾਡੇ ਤੋਂ 70 ਕੁ ਲੱਖ ਦੀ ਪੋਪੂਲੇਸ਼ਨ ਵੱਧ ਹੈ, ਉੱਥੇ 10,901 ਕਰੋੜ ਦਾ ਹੋਇਆ ਹੈ। ਕਰਨਾਟਕਾ 21,000 ਕਰੋੜ ਦਾ ਹੋਇਆ। ਸੋ ਮੈਂ ਸਮਝਦਾ ਕਿ ਮਾਫੀਆ ਜਿਹੜਾ ਉਹਦੀ ਵਜ੍ਹਾ ਕਰਕੇ ਬਹੁਤ ਵੱਡੇ ਨੁਕਸਾਨ ਨੇ ਜਿਹੜੇ ਹੋ ਰਹੇ ਨੇ। ਔਰ ਜਿਹੜੇ ਕੁਝ MLA ਮੰਤਰੀ ਕਹਿ ਰਹੇ ਨੇ ਕਿ ਕਰਨ ਅਵਤਾਰ ਸਿੰਘ ਦੀ ਜ਼ਿੰਮੇਵਾਰੀ ਹੈ, ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਐਜ਼ ਚੀਫ ਮਿਨਿਸਟਰ ਐਂਡ ਐਜ਼ ਮਿਨਿਸਟਰ ਆਫ ਐਕਸਾਈਜ਼ ਐਂਡ ਟੈਕਸੇਸ਼ਨ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਜਿਹੜਾ ਇਹ ਮਾਫੀਆ ਚੱਲ ਰਿਹਾ। ਪਰ ਕਿਉਂਕਿ ਉਹਨਾਂ ਦੀ ਸਰਪ੍ਰਸਤੀ ਦੇ ਹੇਠ ਚੱਲ ਰਿਹਾ ਹੈ, ਇਸ ਕਰਕੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਐਂਡ ਹੀ ਸ਼ੁੱਡ ਸਟੈਪ ਡਾਊਨ। ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਿੱਥੇ ਤੱਕ ਗੱਲ ਤੁਸੀਂ ਕੀਤੀ ਕਿ ਜਿਹੜਾ ਇਹ ਪੈਕੇਜ ਹੈ, ਦੇਖੋ ਇਸ ਤਰ੍ਹਾਂ ਕਿ ਵੈਸੇ ਤਾਂ ਇਹਦੀ ਜਿਵੇਂ ਜਿਵੇਂ ਡਿਟੇਲਸ ਆਉਣਗੀਆਂ ਉਵੇਂ ਪਤਾ ਲੱਗੇਗਾ। ਅੱਜ ਕੁਝ ਕੁ ਸੈਕਟਰਸ ਦਾ ਉਹਨਾਂ ਨੇ ਅਨਾਊਂਸਮੈਂਟਸ ਕੀਤੀਆਂ ਨੇ। ਇੱਕ ਤਾਂ ਜਿਹੜਾ ਪਿਛਲਾ ਇਹਨਾਂ ਨੇ ਨੋ ਡਾਊਟ ਜੇ ਆਪਾਂ ਕਈ ਕੰਟਰੀਜ਼ ਦੀ ਆਪਾਂ ਗੱਲ ਕਰ ਲਈਏ, ਉਹਨਾਂ ਨੇ ਆਪਣੇ 10-11% ਤੋਂ ਲੈ ਕੇ ਤਕਰੀਬਨ 20-21% ਤੱਕ, ਜਿਵੇਂ ਜਾਪਾਨ ਨੇ 21% ਅਨਾਊਂਸ ਕੀਤਾ ਆਪਦੇ GDP ਦਾ, 7-8% ਇੰਡੀਆ ਨੇ ਵੀ ਅਨਾਊਂਸ ਕੀਤਾ। ਇੱਕ ਵੈਲਕਮ ਸਟੈਪ ਹੈ, ਪਰ ਇਹਦੀਆਂ ਜਿਹੜੀਆਂ ਡਿਟੇਲਸ ਨੇ, ਟੈਕਨੀਕੈਲਿਟੀਜ਼ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਹੁਣ ਸਪੋਜ਼ ਅੱਜ ਜਿੰਨੀ ਕੁ ਸਮਝੇ ਪਹਿਲਾਂ, ਇੱਕ ਤਾਂ ਜਿਹੜਾ ਪਹਿਲਾਂ ਇਹਨਾਂ ਨੇ ਇਹ ਮੈਨੂੰ ਲੱਗਦਾ ਸ਼ਾਇਦ ਜਿਹੜਾ ਕੋਈ ਆਟੇ, ਦਾਲਾਂ ਤੇ ਹੋਰ ਉਹ ਵੀ ਸ਼ਾਇਦ ਵਿੱਚ ਹੀ ਗਣਾਈ ਜਾਂਦੇ ਨੇ 20 ਲੱਖ ਕਰੋੜ ਦੇ। ਤੇ ਜਿਹੜਾ ਅੱਜ ਮੈਨੂੰ ਜਿੰਨਾ ਕੁ ਜ਼ਿਆਦਾ ਟਾਈਮ ਤਾਂ ਨਹੀਂ ਮਿਲਿਆ ਹੈਗਾ, ਪਰ ਜਿੰਨਾ ਕੁ ਅੱਜ ਇਹਨਾਂ ਨੇ ਐਕਸਪਲੇਨ ਕੀਤਾ, ਜਿਵੇਂ 3 ਲੱਖ ਕਰੋੜ ਇੱਕ MSMEs ਨੂੰ ਲੋਨ ਦੇਣ ਦੀ ਗੱਲ ਕੀਤੀ ਹੈ। ਲੋਨ ਠੀਕ ਹੈ ਕਿ ਉਹਦੇ ਚ ਕੀ ਹੈ ਕਿ ਤੁਸੀਂ ਬਿਨਾਂ ਗਾਰੰਟੀ ਤੋਂ, ਬਿਨਾਂ ਕਿਸੇ ਕਲੈਟਰਲ ਸਿਕਿਉਰਿਟੀ ਤੋਂ ਲੋਨ ਦੇ ਰਹੇ ਹੋ, ਪਰ ਉਹਦੇ ਚ ਜੇ 4 ਸਾਲ ਦਾ ਟਾਈਮ ਦੇ ਰਹੇ ਹੋ, ਲੋਨ ਤਾਂ ਲੋਨ ਹੀ ਹੈ ਨਾ ਜੀ। ਸੋ ਇਸ ਕਰਕੇ ਇਹਦੀਆਂ ਪੂਰੀਆਂ ਡਿਟੇਲਸ ਨੇ ਜਿਹੜੀਆਂ ਉਹ ਆਉਣ ਤੋਂ ਬਾਅਦ, ਪਰ ਹਾਂ ਡੈਫੀਨੇਟਲੀ ਯੈਸ, ਜੇ ਇੱਕ ਵਾਰੀ ਸਟਿਮੂਲਸ ਪੈਕੇਜ ਦਿੱਤਾ ਜਾਂਦਾ, ਸਹੀ ਤਰੀਕੇ ਨਾਲ ਦਿੱਤਾ ਜਾਂਦਾ ਤੇ ਉਹ ਸਹੀ ਤਰੀਕੇ ਨਾਲ ਪਹੁੰਚ ਜਾਂਦਾ ਲੋਕਾਂ ਕੋਲੇ, ਤੇ ਹਿੰਦੁਸਤਾਨ ਦੇ ਵਿੱਚ ਇਸ ਟਾਈਮ ਕੈਪੈਸਿਟੀ ਬਹੁਤ ਹੈ, ਕੈਲੀਬਰ ਬਹੁਤ ਹੈ, ਕੰਪੀਟੈਂਸ ਔਰ ਸਕੋਪ ਹੈ ਜਿਹੜਾ ਉਹ ਬਹੁਤ ਹੈ। ਕਿਉਂਕਿ ਬਹੁਤ ਸਾਰੇ ਕੰਟਰੀਜ਼ ਨੇ, ਤੁਸੀਂ ਅਮਰੀਕਾ ਲਗਾ ਲਓ, ਜਾਪਾਨ ਲਾ ਲਓ। ਜਿਵੇਂ ਜਾਪਾਨ ਨੇ ਤਾਂ ਆਪਦੀਆਂ ਕੰਪਨੀਜ਼ ਨੂੰ ਅਨਾਊਂਸ ਕਰ ਦਿੱਤਾ ਕਿ ਜਿਹੜਾ ਆਪਦੀ ਇਨਵੈਸਟਮੈਂਟ ਚਾਈਨਾ ਦੇ ਵਿੱਚੋਂ ਕੱਢੇਗਾ ਉਹਨੂੰ 2.2 ਬਿਲੀਅਨ ਦਾ ਪੈਕੇਜ ਉਹਨਾਂ ਨੇ ਅਨਾਊਂਸ ਕੀਤਾ। ਸੋ ਇਸ ਕ੍ਰਾਈਸਿਸ ਦੇ ਵਿੱਚ ਵੀ ਹਿੰਦੁਸਤਾਨ ਲਈ ਓਪਰਚੁਨਿਟੀ ਬਹੁਤ ਵੱਡੀ ਹੈ। ਹੁਣ ਉਹਨੂੰ ਸੰਭਾਲਣਾ ਕਿਵੇਂ ਹੈ, ਉਹ ਜਿਵੇਂ ਜਿਵੇਂ ਇਹ ਜਿਹੜਾ 20 ਲੱਖ ਕਰੋੜ ਦੇ ਪੈਕੇਜ ਦੀਆਂ ਡਿਟੇਲਸ ਆਉਣਗੀਆਂ ਇਹ ਫੇਰ ਹੀ ਦੱਸ ਸਕਾਂਗੇ ਜੀ। ਅਰੋੜਾ ਸਾਹਿਬ, ਜਿਸ ਤਰ੍ਹਾਂ ਪੰਜਾਬ ਸਮਾਲ ਸਕੇਲ ਇੰਡਸਟਰੀ ਹੈ, ਲਘੂ ਉਦਯੋਗ ਨੇ, ਫੋਕਲ ਪੁਆਇੰਟ ਨੇ, ਇੰਡਸਟਰੀ ਏਰੀਏ ਨੇ, ਸਾਰੇ ਭਾਂ ਕਰਦੇ ਨੇ। ਜੇ ਪੰਜਾਬ ਤੱਕ ਆਪਾਂ ਦੇਖੀਏ, ਪਹਾੜੀ ਸੂਬਿਆਂ ਦੇ ਵਿੱਚ ਜ਼ਿਆਦਾ ਰਿਆਇਤਾਂ ਨੇ ਉਹਨਾਂ ਨੂੰ, ਜਿਹੜੀਆਂ ਪਹਾੜੀ ਸਟੇਟਸ ਨੇ, ਹਿਮਾਚਲ ਜਾਂ ਬੈਲਟ ਹੈ ਜਿਹੜੀ, ਇੱਥੇ ਰਿਆਇਤਾਂ ਜ਼ਿਆਦਾ ਨੇ। ਇਸ ਦੌਰਾਨ ਕੀ ਇਸ ਇੰਡਸਟਰੀ ਦਾ, ਪੰਜਾਬ ਦੀ ਇੰਡਸਟਰੀ ਨੂੰ ਕੋਈ ਰਾਹਤ ਮਿਲੇਗੀ ਜਿਹੜਾ 3 ਲੱਖ ਕਰੋੜ ਲਘੂ ਉਦਯੋਗਾਂ ਨੂੰ ਦਿੱਤਾ ਹੈ? ਨਹੀਂ, ਦੇਖੋ ਇਸ ਤਰ੍ਹਾਂ ਹੁੰਦਾ ਜੀ ਕਿ ਇਹ ਡਿਪੈਂਡ, ਤਾਂ ਮੈਂ ਜਿਵੇਂ ਕਿਹਾ ਨਾ ਵੀ ਡਿਟੇਲ ਦੇ ਵਿੱਚ, ਹੁਣ ਇਹ ਤਾਂ ਸਹੀ ਮਾਇਨੇ ਦੇ ਵਿੱਚ ਇਹ ਤਾਂ ਉਹਨਾਂ ਨੇ ਇੱਕ ਬ੍ਰੌਡਲੀ ਇੱਕ ਪੈਕੇਜ ਹੈ ਜਿਹੜਾ ਅਨਾਊਂਸ ਕੁਝ ਕਰ ਦਿੱਤਾ ਤੇ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦੇਣਗੇ। ਹੁਣ ਇਹ ਤਾਂ ਟੋਟਲੀ ਡਿਪੈਂਡ ਕਰੇਗਾ ਸਟੇਟ ਗਵਰਨਮੈਂਟ ਦੇ ਉੱਪਰ ਵੀ ਕਿੰਨਾ ਉਹ ਸੈਂਟਰ ਨਾਲ ਫੋਲੋ ਅਪ ਕਰਕੇ, ਕਿੰਨਾ ਲੀਡਰਸ਼ਿਪ ਨੂੰ ਇਨਫਲੂਐਂਸ ਕਰਕੇ ਉਹ ਆਪਦੀਆਂ ਸਟੇਟਾਂ ਦੇ ਵਿੱਚ ਇਨਵੈਸਟਮੈਂਟ ਲਿਆਉਂਦੇ ਨੇ। ਹੁਣ ਜੇ ਆਪਾਂ ਟੋਟਲ ਓਵਰਆਲ ਮੁਲਕ ਦੀ, ਕੰਟਰੀ ਦੀ ਆਪਾਂ ਗੱਲ ਕਰ ਲਈਏ ਤੇ ਅੱਜ ਦੀ ਡੇਟ ਦੇ ਵਿੱਚ ਵੀ ਜੇ ਤੁਸੀਂ ਇਮੀਡੀਏਟਲੀ ਤੁਸੀਂ ਇੰਡਸਟਰੀ ਨੂੰ ਇਨਵਾਈਟ ਕਰਨਾ ਤਾਂ 4,63,000 ਹੈਕਟੇਅਰ ਜਗ੍ਹਾ ਜਿਹੜੀ ਉਹ ਵੇਕੈਂਟ ਪਈ ਹੈ ਹਿੰਦੁਸਤਾਨ ਦੇ ਵਿੱਚ, ਪੂਰੇ ਦੇ ਵਿੱਚ। ਜਿਹੜੇ ਸਪੈਸ਼ਲ ਇਕਨੋਮਿਕ ਜ਼ੋਨ ਨੇ, ਜਿਹੜੇ ਫੋਕਲ ਪੁਆਇੰਟਸ ਨੇ, ਜਿਹੜੇ ਇੰਡਸਟਰੀਅਲ ਏਰੀਆਜ਼ ਨੇ, ਜਗ੍ਹਾ ਬਹੁਤ ਪਈ ਹੈ। ਹੁਣ ਉਹ ਪੰਜਾਬ ਦੀ, ਜੇ ਹੁਣ ਸਪੋਜ਼ ਇੰਡਸਟਰੀ ਹੈ, ਪੰਜਾਬ ਐਗਰੇਰੀਅਨ ਸਟੇਟ ਹੈ, ਐਗਰੇਰੀਅਨ ਸਟੇਟ ਦੇ ਵਿੱਚ ਤੁਸੀਂ ਜਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਸਪੋਜ਼, ਜੇ ਉਹਦੇ ਉੱਪਰ ਪੰਜਾਬ ਸਰਕਾਰ ਫੋਕਸ ਕਰ ਲੇ ਤੇ ਇਕੋਨਮੀ ਦਾ ਚੱਕਾ ਘੁੰਮੇਗਾ, ਇੰਡਸਟਰੀਅਲਿਸਟ ਨੂੰ ਫਾਇਦਾ ਹੋਏਗਾ, ਰੋਜ਼ਗਾਰ ਪੈਦਾ ਹੋਣਗੇ, ਨਸ਼ੇ ਖਤਮ ਹੋਣਗੇ, ਸਭ ਤੋਂ ਵੱਡਾ ਫਾਇਦਾ ਕਿਸਾਨ ਨੂੰ ਹੋਏਗਾ। ਕਿਸਾਨ ਝੋਨੇ ਦੇ ਤੇ ਕਣਕ ਦੇ ਸਾਈਕਲ ਦੇ ਵਿੱਚੋਂ ਕੱਢਿਆ ਜਾ ਸਕਦਾ। ਇਹਦੇ ਨਾਲ ਪਾਣੀ ਜਿਹੜਾ ਉਹ ਵੀ ਬਚ ਜਾਏਗਾ। ਮਿੱਟੀ ਜਿਹੜੀ ਅਸੀਂ ਜ਼ਹਿਰੀਲੀ ਕਰ ਲੈਂਦੇ ਹਾਂ, ਡੂੰਘਾ ਪਾਣੀ ਜ਼ਹਿਰੀਲਾ ਕਰ ਲੈਂਦੇ ਹਾਂ, ਰੇਹਾਂ ਸਪਰੇਆਂ ਪਾ ਕੇ ਬਿਮਾਰੀਆਂ ਤੋਂ, ਕੈਂਸਰ ਤੋਂ ਬਚ ਜਾਵਾਂਗੇ। ਸੋ ਹੋ ਬਹੁਤ ਕੁਛ ਸਕਦਾ ਹੈ। ਇਸੇ ਤਰੀਕੇ ਦੇ ਨਾਲ ਜਿਵੇਂ ਪੰਜਾਬ ਦੇ ਵਿੱਚ IT ਸੈਕਟਰ ਦਾ, ਕਿਉਂਕਿ ਪੰਜਾਬ ਲੈਂਡਲੌਕ ਸਟੇਟ ਹੈ, ਇੱਥੇ ਕੋਈ ਬੰਦਰਗਾਹ ਨਹੀਂ ਹੈਗੀ, ਪੋਰਟ ਨਹੀਂ ਹੈਗਾ, ਜ਼ਮੀਨਾਂ ਮਹਿੰਗੀਆਂ ਨੇ। IT ਸੈਕਟਰ ਹੈ ਜਿਹੜਾ, IT ਸੈਕਟਰ ਦੇ ਵਿੱਚ ਗਜ਼ਬ ਦਾ ਕੰਮ ਹੈ ਜਿਹੜਾ ਕੀਤਾ ਜਾ ਸਕਦਾ। ਪਿਛਲੇ ਸਮੇਂ ਦੇ ਵਿੱਚ ਕੁਆਰਕ ਵਗੈਰਾ ਤੇ ਹੋਰ ਕੋਈ ਕੰਪਨੀਜ਼ ਮੁਹਾਲੀ ਦੇ ਵਿੱਚ ਆਈਆਂ। ਸਾਡੇ ਲੋਕਾਂ ਦਾ ਜੇ ਅੱਜ ਵੀ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਦੇਖ ਲਈਏ, ਜੇ ਸਾਰੇ ਮੁਲਕ ਨਾਲੋਂ ਦੇਖ ਲਈਏ ਤੇ ਜਾਂ ਗੁਜਰਾਤੀ ਨੇ ਜਾਂ ਪੰਜਾਬੀ ਨੇ। ਸੋ ਇਸ ਕਰਕੇ ਜਿਹੜੀਆਂ ਓਪਰਚੁਨਿਟੀਜ਼ ਨੇ
ਉਹ ਬੜੀਆਂ ਵਾਸਟ ਨੇ ਜੀ, ਉਹ ਬੇਇੰਤਹਾ ਨੇ। ਕੀਤਾ ਸਭ ਕੁਝ ਸਕਦਾ, ਪਰ ਹੁਣ ਜੇ ਇਹ ਕੰਮ ਹੈ ਜਿਹੜਾ ਇਹ ਪੰਜਾਬ ਸਰਕਾਰ ਦਾ ਤੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਫੋਲੋ ਅਪ ਕਰਨਾ ਚਾਹੀਦਾ। ਦੂਜੇ ਪਾਸੇ ਕੇਂਦਰ ਦੇ ਵਿੱਚ ਨੁਮਾਇੰਦਗੀ ਕਰਦੇ ਨੇ ਬੀਬੀ ਹਰਸਿਮਰਤ ਕੌਰ ਬਾਦਲ। ਮੈਂ ਸਮਝਦਾ ਕਿ ਜੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਐਗਰੈਸਿਵਲੀ ਪਰਸਿਊ ਕਰ ਲੈਣਗੇ ਪੰਜਾਬ ਦੇ ਇੰਟਰਸਟ ਨੂੰ, ਤਾਂ ਬਹੁਤ ਵੱਡਾ ਸਕੋਪ ਹੈ ਜਿਹੜਾ ਉਹ ਆ ਵੀ ਸਕਦਾ, ਕਿਉਂਕਿ ਜਿਨ੍ਹਾਂ ਨੇ ਸਪੋਜ਼ ਲੈ ਕੇ ਆਉਣੇ ਜੇ ਕਿਸੇ ਬਾਹਰਲੇ ਇਨਵੈਸਟ ਕਰਨਾ ਹੈ ਤਾਂ ਆਪਣੇ ਪੰਜਾਬ। ਥੈਂਕ ਯੂ ਅਰੋੜਾ ਸਾਹਿਬ, ਤੁਸੀਂ ਬੜੇ ਤਫਸੀਲ ਦੇ ਨਾਲ, ਕਿਉਂਕਿ ਇਸ ਕਈ ਮਾਮਲਿਆਂ 'ਚ ਬਹੁਤ ਸੁਲਝੇ ਹੋਏ ਮਤਲਬ ਨਪੇ ਤੁਲੇ ਲਫ਼ਜ਼ਾਂ ਦੇ ਨਾਲ ਅਮਨ ਅਰੋੜਾ ਆਪਣੀ ਗੱਲ ਬੇਵਾਕੀ ਦੇ ਨਾਲ ਕਹਿੰਦੇ ਨੇ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ 4 ਲੱਖ ਕਰੋੜ 4 ਲੱਖ ਹੈਕਟੇਅਰ ਜ਼ਮੀਨ, ਸ਼ਾਇਦ ਮੈਨੂੰ ਐਗਜ਼ੈਕਟ ਫਿਗਰ ਸੁਣੀ ਨਹੀਂ, ਕਿ ਵਿਹਲੀ ਪਈ ਹੈ। ਜਿਹੜਾ ਸਪੈਸ਼ਲ ਇਕਨੋਮਿਕ ਜ਼ੋਨ ਬਣਾਇਆ ਗਿਆ ਸੀ, ਫੋਕਲ ਪੁਆਇੰਟ ਬਣਾਏ ਗਏ ਸੀ, ਇੰਡਸਟਰੀ ਏਰੀਆ ਬਣਾਇਆ ਗਿਆ ਸੀ, ਜਿਹੜਾ ਸਾਰਾ ਭਾਂ ਕਰਦਾ। ਆ ਤੁਸੀਂ ਵੇਖੋ ਪਿੰਡ ਵਜ਼ੀਰਾਬਾਦ ਦੇ ਵਿੱਚ 130 ਏਕੜ ਜ਼ਮੀਨ ਅਕਵਾਇਰ ਕਰ ਲਈ ਹੈ 11 ਲੱਖ ਨੂੰ ਏਕੜ, ਜਿਹਦਾ ਰੇਟ 1 ਕਰੋੜ ਹੈ। ਕੱਲ੍ਹ ਆਪਾਂ ਗੱਲ ਕੀਤੀ ਸੀ, ਪਰ ਉਹਦੇ ਆਲੇ ਦੁਆਲੇ ਅਜਨਾਲੀ ਦੀ, ਫਿਰੋਜ਼ਪੁਰ ਦੀ ਅਤੇ ਖਰੇ ਪਿੰਡ ਦੀ ਕਿੰਨੀ ਜ਼ਮੀਨ ਵਿਹਲੀ ਪਈ ਹੈ, ਉੱਥੇ ਨਹੀਂ ਕੰਮ ਕੀਤਾ ਜਾ ਰਿਹਾ। ਬਲਜਿੰਦਰ ਸਿੰਘ ਮੌੜ ਬਾਈ ਜੀ ਜੁੜੇ ਨੇ, ਗੁਰਤੇਜ ਧਾਲੀਵਾਲ ਸਾਹਿਬ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਲੁਆਈ ਵੱਡਾ ਮੁੱਦਾ ਬਣੇਗਾ। ਬਾਈ ਜੀ ਜੋਸ਼ਨ ਸਾਹਿਬ ਨੇ ਵੀ ਲਿਖਿਆ ਜੰਡਿਆਲਾ ਤੋਂ, ਕਹਿੰਦੇ 7000 ਤੋਂ 10000 ਰੇਟ ਹੈ ਜਿਹੜਾ ਲੇਬਰ ਮੰਗ ਰਹੀ ਹੈ। ਬਲਰਾਜ ਸੰਧੂ ਬਾਈ ਜੀ ਸੈਟਲ ਤੋਂ ਪ੍ਰੋਗਰਾਮ ਨੂੰ ਵੇਖ ਰਹੇ ਨੇ। ਅਤੇ ਫੂਡ ਪ੍ਰੋਸੈਸਿੰਗ ਅਤੇ ਪੰਜਾਬ ਦੇ ਵਿੱਚ ਬਹੁਤ ਕੰਮ ਹੋ ਸਕਦਾ। ਖੁਸ਼ਕਿਸਮਤੀ ਇਸ ਕਿਸਮ ਦੀ ਹੈ ਕਿ ਇਹ ਵੀ ਹੈ ਕਿ ਹਰਸਿਮਰਤ ਬਾਦਲ ਫੂਡ ਮਿਨਿਸਟਰੀ ਦੇ ਨਾਲ ਨੇ, ਪਰ ਕੀਤਾ ਉਹਨਾਂ ਨੇ ਵੀ ਕੁਛ ਨਹੀਂ। ਬਦਕਿਸਮਤੀ ਇਹ ਵੀ ਹੈ ਕਿਉਂਕਿ ਆਪ ਵੀ ਵੱਡਾ ਪਰਿਵਾਰ ਹੈ ਫੂਡ ਇੰਡਸਟਰੀ ਦੇ ਨਾਲ। ਮਨਪ੍ਰੀਤ ਵੀ ਜੁੜਿਆ, ਵੱਡੇ ਬਾਦਲ, ਛੋਟੇ ਬਾਦਲ, ਸਾਰੇ ਇਹਨਾਂ ਦੇ ਪਰਿਵਾਰ ਲੈਂਡ ਲਾਰਡ ਨੇ। ਪਰ ਅਫਸੋਸ ਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਹਰਸਿਮਰਤ ਬਾਦਲ ਕੋਈ ਬਹੁਤੇ ਵੱਡੇ ਪ੍ਰੋਜੈਕਟ ਜਿਹੜੇ ਨੇ ਫੂਡ ਪਲਾਜ਼ਾ ਲਿਆਂਦੇ, ਇਸ ਤੋਂ ਵੱਡਾ ਹੋਰ ਉਹ ਵੀ ਨਹੀਂ ਕਰ ਸਕੇ। ਸੋ ਇਸ ਦੇ ਨਾਲ ਹੀ ਆਪ ਸਭ ਸੱਜਣਾ ਦਾ ਧੰਨਵਾਦ। ਤੁਸੀਂ ਬਹੁਤ ਸਾਰੀਆਂ ਮੈਸੇਜ ਕੀਤੇ ਨੇ। ਜਗਤਾਰ ਸਿੰਘ ਹੋਰੇ ਕਹਿੰਦੇ ਠੇਕੇ ਵਾਲੀ ਸ਼ਰਾਬ ਵੀ ਆਪਣੀ ਮਰਜ਼ੀ ਨਾਲ ਵੇਚਦੇ ਨੇ, ਪੀਣ ਵਾਲਾ ਪਾਣੀ ਵੀ ਆਪਣੀ ਮਰਜ਼ੀ ਨਾਲ ਹੈ, ਚੁਆਇਸ ਦਾ ਨਹੀਂ ਲੈ ਸਕਦਾ। ਬਿਲਕੁਲ ਜਗਤਾਰ ਜੀ, ਗੱਲ ਤੁਹਾਡੀ ਦਰੁਸਤ ਹੈ। ਸੋ ਇਸ ਦੇ ਨਾਲ ਹੀ ਵਕਤ ਤੁਹਾਡੇ ਤੋਂ ਵਿਦਾਇਗੀ ਲੈਣ ਦਾ। ਸਵੇਰੇ ਫਿਰ ਭਾਰਤੀ ਸਮਾਂ 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਹੋਏਗਾ ਹੈਲੋ ਗਲੋਬਲ ਪੰਜਾਬ। ਸੋ ਤਦ ਤੱਕ ਮੇਰੇ ਟੀਮ ਮੈਂਬਰ ਮਨਜੋਤ ਜੀ, ਨੀਰਜ ਜੀ, ਗੁਰਪ੍ਰੀਤ ਸੱਭਰਵਾਲ ਅਤੇ ਅਤੁਲ ਵਰਮਾ ਸਾਹਿਬ ਅਤੇ ਦਕਸ਼ ਬੱਤਰਾ ਜੀ ਦਾ, ਸਾਰੀ ਟੀਮ ਦਾ ਧੰਨਵਾਦ ਕਰਦਾ ਹੋਇਆ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਗਲੋਬਲ ਗੱਲਬਾਤ ਨੂੰ ਇੱਥੇ ਸਮਾਪਤ ਕਰਨ ਦੀ ਆਗਿਆ ਚਾਹਾਂਗਾ। ਸਤਿ ਸ਼੍ਰੀ ਅਕਾਲ, ਸ਼ੱਬਾ ਖੈਰ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।